ਪ੍ਰਾਈਮ ਏਸ਼ੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਇੰਦਰਨੀਲ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਤੇ ਤੁਹਾਡਾ ਸਵਾਗਤ ਹੈ ਪ੍ਰਾਈਮ ਡਿਸਕਸ਼ਨ ਵਿਦ ਪੰਨੂ ਸਾਹਿਬ ਜੀ। ਪੰਨੂ ਸਾਹਿਬ ਜੀ ਆਇਆਂ ਨੂੰ ਜੀ ਸ਼ੁਕਰੀਆ। ਪੰਨੂ ਸਾਹਿਬ, ਪਹਿਲਾ ਸਵਾਲ ਇਹ ਹੈ ਕਿ ਜਿਹੜੀ ਆਪਣੀ ਚੋਣ ਕਮਿਸ਼ਨ ਹੈ ਇੰਡੀਆ ਦੀ, ਉਹ ਕਹਿੰਦੀ ਵੀ ਜਿਹੜਾ ਚੋਣ ਮੈਨੀਫੈਸਟੋ ਆ ਉਹ 48 ਘੰਟੇ ਪਹਿਲਾਂ ਚੋਣਾਂ ਤੋਂ ਸਾਨੂੰ ਦੱਸੋ, ਤੇ ਬਾਰ-ਬਾਰ ਇਹ ਆਪਣੀਆਂ ਨੀਤੀਆਂ ਕਿਉਂ ਬਦਲ ਰਹੇ ਨੇ? ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਇੰਦਰਨੀਲ ਜੀ, ਤੁਸੀਂ ਬੜਾ ਜ਼ਰੂਰੀ ਸਵਾਲ ਕੀਤਾ। ਇਸ ਵੇਲੇ ਭਾਰਤ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਜਿਹੜੀਆਂ ਹੁੰਦੀਆਂ ਪਈਆਂ ਨੇ, ਆਖਿਰਕਾਰ ਜਿਸ ਤਰ੍ਹਾਂ ਵੱਡੇ ਜਿਹੜੇ ਪੁਰਬ ਹੁੰਦੇ ਉਹਨਾਂ 'ਚੋਂ ਕੁੰਭ ਗਿਣਿਆ ਜਾਂਦਾ, ਇਹ ਵੀ ਤੇ ਭਾਰਤ ਦੀਆਂ ਚੋਣਾਂ ਦਾ ਕੁੰਭ ਛੱਡ ਕੇ ਮਹਾਕੁੰਭ ਹੈ ਜਿਸ 'ਚ ਪਾਰਲੀਮੈਂਟ ਚੁਣੀ ਜਾਣੀ ਹੈ। ਇੱਥੇ ਕੁੰਭ ਵਿੱਚ ਤੇ ਲੋਕੀ ਜਾ ਕੇ ਪਾਪਾਂ ਤੋਂ ਮੁਕਤੀ ਭਾਲਦੇ ਜੀ, ਤੇ ਇੱਥੇ ਕੁਰਸੀ ਭਾਲਦੇ ਆ, ਪਾਪਾਂ ਦੀ ਚਿੰਤਾ ਨਹੀਂ ਕਰਦੇ। ਉਹਦੇ ਵਾਸਤੇ ਸਾਮ ਦਾਮ ਦੰਡ ਭੇਦ ਹੇਰਾ ਫੇਰੀ ਸਭ ਕੁਝ ਧੱਕੇਸ਼ਾਹੀ ਵੀ ਚੱਲਦੀ ਹੈ। ਇੱਕ ਦੂਸਰੇ ਨੂੰ ਕਹਿੰਦੇ ਆ ਤੂੰ ਅਸੂਲਾਂ ਦੀ ਉਲੰਘਣਾ ਕੀਤੀ, ਪਰ ਆਪ ਹਰ ਕੋਈ ਕਰਨ ਦਾ ਯਤਨ ਕਰਦਾ। ਇਹੀ ਕਾਰਨ ਹੈ ਸ਼ਰਾਬਾਂ ਵਰਤਾਈਆਂ ਜਾਂਦੀਆਂ, ਪੈਸੇ ਵਰਤਾਏ ਜਾਂਦੇ ਆ। ਆਹ ਜਿਹੜਾ ਚੋਣ ਮੈਨੀਫੈਸਟੋ ਆ, ਇਹ ਇਕੱਲਾ ਨਹੀਂ, ਕਈਆਂ ਗੱਲਾਂ ਦੇ ਉੱਤੇ ਚੋਣ ਕਮਿਸ਼ਨ ਨੇ ਸਖਤੀ ਕਰਨੀ ਸ਼ੁਰੂ ਕੀਤੀ ਹੈ ਜੀ। ਹੁਣ ਮਿਸਾਲ ਦੇ ਤੌਰ ਤੇ ਚੋਣ ਕਮਿਸ਼ਨ ਇੱਥੋਂ ਤੱਕ ਵੀ ਆ ਗਿਆ ਕਿ ਜਦੋਂ ਅਸੀਂ ਇਹ ਕਹਿਤਾ ਕਿ ਚੋਣ ਜ਼ਾਬਤਾ ਲਾਗੂ ਹੋ ਗਿਆ, ਜ਼ਾਬਤਾ ਲਾਗੂ ਹੋਣ ਦਾ ਮਤਲਬ ਇਹ ਕਿ ਸਰਕਾਰ ਕਿਸੇ ਕਿਸਮ ਦਾ ਕੋਈ ਡਿਵੈਲਪਮੈਂਟ ਦਾ ਕੰਮ ਇਹੋ ਜਿਹਾ ਨਹੀਂ ਕਰ ਸਕਦੀ ਜਿਹਦੇ ਨਾਲ ਉਹਦੀਆਂ ਵੋਟਾਂ ਪੱਕੀਆਂ ਹੁੰਦੀਆਂ ਹੋਣ। ਉਹਦੇ ਉੱਤੇ ਵੀ ਸਰਕਾਰਾਂ ਨੇ ਸਖਤੀ ਕੀਤੀ ਹੈ। ਜਿੱਥੋਂ ਤੱਕ ਮੈਨੀਫੈਸਟੋ ਦਾ ਸਵਾਲ ਹੈ, ਮੈਨੀਫੈਸਟੋ ਕਿਸੇ ਵੀ ਪਾਰਟੀ ਦੀ ਉਹ ਵਾਅਦਿਆਂ ਦੀ ਲਿਸਟ ਹੁੰਦੀ ਹੈ ਜਿਸ 'ਚੋਂ ਕਹਿੰਦੇ ਆ ਜੇ ਅਸੀਂ ਜਿੱਤ ਗਏ, ਜੇ ਸਾਡੀ ਸਰਕਾਰ ਬਣ ਗਈ, ਜੇ ਸਾਡੇ ਹੱਥ 'ਚ ਕਮਾਨ ਆ ਗਈ ਤੇ ਅਸੀਂ ਕੀ ਕਰਾਂਗੇ, ਫਿਰ ਅਸੀਂ ਆਹ ਕਰਾਂਗੇ ਤੇ ਆਹ ਕਰਾਂਗੇ। ਹਾਂਜੀ, ਅੱਜ ਕੱਲ੍ਹ ਤਾਂ ਇੱਥੋਂ ਤੱਕ ਮੰਗ ਉੱਠਦੀ ਪਈ ਹੈ, ਸੁਪਰੀਮ ਕੋਰਟ ਤੱਕ ਵੀ ਪਟੀਸ਼ਨਾਂ ਚਲੀਆਂ ਗਈਆਂ ਨੇ ਕਿ ਜਿਹੜਾ ਚੋਣ ਮੈਨੀਫੈਸਟੋ ਇਹਨੂੰ ਕਾਨੂੰਨੀ ਦਰਜਾ ਦੇ ਦਿੱਤਾ ਜਾਵੇ। ਜਿਹੜੀਆਂ ਪਾਰਟੀਆਂ ਵੱਡੇ ਵਾਅਦੇ ਕਰਦੀਆਂ ਤੇ ਬਾਅਦ ਵਿੱਚ ਉਹਨਾਂ 'ਤੇ ਅਮਲ ਨਹੀਂ ਕਰਦੀਆਂ, ਕਾਨੂੰਨੀ ਦਰਜਾ ਦਿੱਤਾ ਹੋਵੇ, ਉਹਨਾਂ ਵਾਸਤੇ ਅਮਲ ਕਰਨਾ ਲਾਜ਼ਮੀ ਹੋ ਜਾਵੇਗਾ, ਤੇ ਜੇ ਨਾ ਕਰਨਗੇ ਤੇ ਸਜ਼ਾ ਰੱਖੀ ਜਾਵੇ, ਅਗਲੀ ਵਾਰੀ ਫਸ ਜਾਣਗੇ। ਸਾਡੇ ਕੋਲ ਇਸ ਵੇਲੇ ਭਾਰਤ ਦੀ ਸਰਕਾਰ ਚਲਾ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ। ਉਹਨਾਂ ਨੇ ਆਖਿਆ ਸੀ ਕਿ ਕਾਲਾ ਧਨ ਵਿਦੇਸ਼ ਤੋਂ ਲਿਆ ਕੇ ਹਰ ਭਾਰਤੀ ਦੇ ਹਿੱਸੇ 3-3 ਲੱਖ ਆਉਣਾ, ਤੇ ਜਿਹੜੇ ਪਰਿਵਾਰ 'ਚ 5 ਜੀ ਆ ਉਹਨਾਂ ਦਾ 15 ਲੱਖ ਸਿੱਧਾ ਉਹਨਾਂ ਦੇ ਅਕਾਊਂਟ 'ਚ ਬੈਂਕ ਜਮ੍ਹਾਂ ਹੋਵੇਗਾ ਜੀ। 100 ਦਿਨਾਂ ਦੇ ਅੰਦਰ ਕਰ ਦਿਆਂਗੇ। 100 ਦਿਨ ਛੱਡ ਕੇ ਮੁੜ ਕੇ ਲੰਘਦੇ ਗਏ। ਜਦੋਂ ਸਾਲ ਹੋ ਗਿਆ ਤੇ ਇੱਕ ਟੀਵੀ ਇੰਟਰਵਿਊ 'ਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੂੰ ਪੁੱਛਿਆ ਗਿਆ, ਤਾਂ ਕਹਿੰਦਾ ਅਰੇ ਛੋੜੋ, ਉਹ ਤਾਂ ਇੱਕ ਚੁਣਾਵ ਜੁਮਲਾ ਥਾ, ਇਹਦੇ ਮਤਲਬ ਚੋਣ ਟੋਟਕਾ ਸੀ, ਲੋਕਾਂ ਅੱਗੇ ਚੋਗਾ ਸੁੱਟਿਆ ਸੀ, ਤੁਹਾਨੂੰ 15 ਲੱਖ ਰੁਪਏ ਦਿਆਂਗੇ, ਤੇ ਲੋਕਾਂ ਨੇ ਵੋਟਾਂ ਪਾਤੀਆਂ। ਜਿਹੜੇ ਇਸ ਤਰ੍ਹਾਂ ਦੇ ਲਾਰੇ ਲਾਉਣੇ ਆ, ਝੂਠੇ ਸੁਪਨੇ ਵਿਖਾਉਣੇ ਆ, ਇਹਦੇ ਸਵਾਲ ਦੇ ਉੱਤੇ ਵੀ ਇਸ ਵੇਲੇ ਰੌਲਾ ਪੈਂਦਾ ਪਿਆ ਕਿ ਇਹਨੂੰ ਕਾਨੂੰਨੀ ਦਰਜਾ ਦੇ ਦਿਓ। ਮੈਂ ਫਿਰ ਉੱਥੇ ਆਉਣਾ ਕਿ ਜਿਹੜੀ ਗੱਲ ਚੋਣ ਕਮਿਸ਼ਨ ਨੇ ਆਖੀ ਹੈ ਕਿ ਚੋਣ ਮੈਨੀਫੈਸਟੋ ਅਗੇਤਾ ਜਾਰੀ ਹੋਵੇ, ਉਹ ਇਸ ਕਰਕੇ ਹੈ ਕਿ ਪਾਰਟੀਆਂ ਕੀ ਕਰਦੀਆਂ, ਚੋਣ ਕਾਨੂੰਨ ਦੇ ਮੁਤਾਬਕ ਜਿਸ ਦਿਨ ਵੋਟਾਂ ਪੈਣੀਆਂ ਉਸ ਹਲਕੇ 'ਚ 48 ਘੰਟੇ ਪਹਿਲਾਂ ਪ੍ਰਚਾਰ ਬੰਦ ਹੋ ਜਾਂਦਾ ਜੀ। 2 ਦਿਨ ਪਹਿਲਾਂ ਪ੍ਰਚਾਰ ਬੰਦ ਹੋ ਜਾਂਦਾ। ਉਹ ਕੋਈ ਜਲਸਾ ਰੈਲੀ ਨਹੀਂ ਕਰ ਸਕਦੇ, ਕਿਸੇ ਕਿਸਮ ਦਾ ਡੋਰ ਟੂ ਡੋਰ ਜਾ ਕੇ ਪ੍ਰਚਾਰ ਨਹੀਂ ਕਰ ਸਕਦੇ, ਕੋਈ ਇਸ਼ਤਿਹਾਰ ਨਹੀਂ ਵੰਡ ਸਕਦੇ, ਇਹ ਸਾਰੇ ਕੁਝ ਤੇ ਰੋਕ ਲੱਗ ਜਾਂਦੀ ਹੈ। ਫਿਰ ਸਿਆਸੀ ਪਾਰਟੀਆਂ ਕਰਦੀਆਂ ਕੀ ਸੀ ਕਿ ਪ੍ਰਚਾਰ ਤਾਂ ਬੰਦ ਹੋ ਗਿਆ, ਹਲਕਿਆਂ ਜਾ ਨਹੀਂ ਸਕਣਾ, ਅਚਾਨਕ ਪ੍ਰੈਸ ਕਾਨਫਰੰਸ ਸੱਦਣੀ, ਉਹਦੇ ਵਿੱਚ ਆਖਣਾ ਜੀ ਅਸੀਂ ਆ ਇਲੈਕਸ਼ਨ ਮੈਨੀਫੈਸਟੋ ਜਾਰੀ ਕੀਤਾ, ਤੇ ਇਲੈਕਸ਼ਨ ਮੈਨੀਫੈਸਟੋ 'ਚ ਕੀ ਹੈ, ਸਾਡੇ ਕੋਲ ਆਹ ਮੰਗ, ਅਸੀਂ ਜਿੱਤ ਗਏ ਤੇ ਆਹ ਕਰਾਂਗੇ। ਜਿੰਨੀਆਂ ਗੱਲਾਂ ਨੇ ਜਿਹੜੀਆਂ ਜਲਸਿਆਂ 'ਚ ਕਹਿਣੀਆਂ, ਉਹ ਜਦੋਂ ਚੋਣ ਪ੍ਰਚਾਰ ਬੰਦ ਹੋ ਚੁੱਕਾ, ਮੈਨੀਫੈਸਟੋ ਜਾਰੀ ਕਰਨ ਦੇ ਬਹਾਨੇ ਸਮੁੱਚੇ ਪ੍ਰੈਸ ਦੇ ਸਾਹਮਣੇ ਪ੍ਰੈਸ ਕਾਨਫਰੰਸ ਦੇ ਵਿੱਚ ਬਰੀਫਿੰਗ ਕਰਨ ਦੇ ਬਹਾਨੇ ਨਾਲ ਇੱਕ ਵਾਰੀ ਫੇਰ ਕਹਿ ਦਿੰਦੇ। ਹਾਂਜੀ, ਇਹ ਇੱਕ ਵੜਾਵਾਂ ਪਾ ਕੇ ਚੋਣ ਪ੍ਰਚਾਰ ਦੀ ਬੰਦੀ ਦੇ ਦੌਰਾਨ ਚੋਣ ਪ੍ਰਚਾਰ ਕਰਨ ਵਾਲੀ ਖੇਡ ਸੀ, ਜਿਹਦੇ ਉੱਤੇ ਹੁਣ ਜਦੋਂ ਸ਼ਿਕਾਇਤਾਂ ਹੋਈਆਂ ਤੇ ਅਖੀਰ ਚੋਣ ਕਮਿਸ਼ਨ ਨੇ ਫੈਸਲਾ ਕੀਤਾ ਕਿ ਜਿੰਨੀਆਂ ਵੀ ਸਿਆਸੀ ਪਾਰਟੀਆਂ ਜਾਂ ਕੋਈ ਸਿਆਸੀ ਪਾਰਟੀਆਂ ਨਹੀਂ, ਨਿੱਜੀ ਤੌਰ ਦੇ ਉੱਤੇ ਵੀ ਕੁਝ ਉਮੀਦਵਾਰ ਖੜੇ ਹੋ ਜਾਂਦੇ, ਕਿਸੇ ਹਲਕੇ 'ਚ ਖਲੋ ਜਾਂਦੇ, ਉਹਨਾਂ ਸਭ ਦੇ ਵਾਸਤੇ ਪਾਬੰਦੀ ਲਾਗੂ ਕਰ ਦਿੱਤੀ ਹੈ ਕਿ ਵੋਟਿੰਗ ਹੋਣ ਤੋਂ 48 ਘੰਟੇ ਪਹਿਲਾਂ ਜਦੋਂ ਚੋਣ ਪ੍ਰਚਾਰ ਚੱਲਦਾ ਪਿਆ, ਉਦੋਂ ਤੁਸੀਂ ਇਲੈਕਸ਼ਨ ਮੈਨੀਫੈਸਟੋ ਜਾਰੀ ਕਰ ਸਕਦੇ।
ਤੇ ਜੇ 48 ਘੰਟਿਆਂ ਦੇ ਅੰਦਰ ਆ ਗਏ ਫਿਰ ਤੁਸੀਂ ਜਾਰੀ ਨਹੀਂ ਕਰ ਸਕਦੇ। ਜੀ ਹੁਣ ਇਹਦੇ 'ਚ ਇੱਕ ਗੱਲ ਹੋਰ ਹੈ ਨੋਟ ਕਰਨ ਵਾਲੀ, ਉਹ ਇਹ ਹੈ ਕਿ ਭਾਰਤ ਵਿੱਚ ਵੋਟਾਂ ਪੈਣੀਆਂ 7 ਪੜਾਵਾਂ 'ਚ, ਕੁਝ ਥਾਵਾਂ ਤੇ 6 ਅਪ੍ਰੈਲ ਨੂੰ ਪੈਣੀਆਂ, ਕੁਝ ਥਾਵਾਂ ਜਾ ਕੇ 19 ਮਈ ਨੂੰ ਪੈਣੀਆਂ। 1.5 ਮਹੀਨਾ ਵੋਟਾਂ ਪੈਂਦੀਆਂ ਰਹਿਣੀਆਂ ਨੇ, 7 ਫੇਜ਼ਸ ਦੇ ਵਿੱਚ ਪੈਣੀਆਂ ਨੇ। 48 ਘੰਟੇ ਕਿਹੜੇ ਹੋਣ? ਜਿਹੜੇ ਅਖੀਰਲਾ 19 ਮਈ 'ਚ ਵੋਟਿੰਗ ਹੋਣੀ ਹੈ, ਉਹ ਤੋਂ ਪਹਿਲਾਂ 17 ਮਈ ਨੂੰ, ਜਾਂ ਜਿਹੜੀ 6 ਅਪ੍ਰੈਲ ਨੂੰ ਵੋਟਿੰਗ ਹੋਣੀ ਹੈ ਉਹਦੇ ਤੋਂ ਪਹਿਲਾਂ 4 ਅਪ੍ਰੈਲ ਨੂੰ ਇੱਕ ਹੀ ਹੋਵੇ। ਇਹਦੇ ਉੱਤੇ ਅਜੇ ਥੋੜਾ ਕਨਫਿਊਜ਼ਨ ਹੈ। ਚੋਣ ਕਮਿਸ਼ਨ ਨੇ ਸਾਰਾ ਕੁਝ ਸਪਸ਼ਟ ਨਹੀਂ ਕੀਤਾ, ਕਿਉਂਕਿ ਸਪਸ਼ਟ ਕੀਤਾ ਨਹੀਂ ਗਿਆ। ਇਸ ਕਰਕੇ ਬਿਹਤਰ ਇਹ ਹੈ ਕਿ ਕਹਿਤਾ ਜਾਵੇ ਕਿ ਪਹਿਲੇ ਫੇਜ਼ ਦੀ ਵੋਟਿੰਗ ਜਦੋਂ ਹੋਣੀ ਆ, ਉਸ ਵੋਟਿੰਗ ਤੋਂ ਪਹਿਲਾਂ ਪਾਰਟੀਆਂ 48 ਘੰਟੇ ਪਹਿਲਾਂ ਆਪੋ ਆਪਣਾ ਮੈਨੀਫੈਸਟੋ ਜਾਰੀ ਕਰਨ, ਬਾਅਦ ਵਿੱਚ ਨਾ ਕਰਨ। ਇਹ ਨਾ ਹੋਵੇ ਕਿ ਇਸ ਹਲਕੇ 'ਚ ਵੋਟਾਂ ਪੈਂਦੀਆਂ ਹੋਣ ਤੇ ਦੂਸਰੇ ਸੂਬੇ ਜਾ ਕੇ ਚੋਣ ਮੈਨੀਫੈਸਟੋ ਜਾਰੀ ਕਰ ਦਿਓ। ਜੀ ਅੱਜ ਕੱਲ੍ਹ ਇਲੈਕਟ੍ਰੋਨਿਕ ਮੀਡੀਆ ਦਾ ਯੁੱਗ ਹੈ, ਉੱਥੋਂ ਵਾਲਾ ਅਸਰ ਵੀ ਇੱਥੇ ਆ ਕੇ ਪੈ ਜਾਂਦਾ। ਇਸ ਕਰਕੇ ਚੋਣ ਕਮਿਸ਼ਨ ਨੂੰ ਆਪਣਾ ਜਿਹੜਾ ਫੈਸਲਾ ਉਹਨਾਂ ਨੇ ਕਰ ਦਿੱਤਾ ਸਿਆਸੀ ਪਾਰਟੀਆਂ 'ਤੇ ਲਾਗੂ ਕਰਨਾ, ਉਸ ਫੈਸਲੇ ਨੂੰ ਥੋੜਾ ਹੋਰ ਮੋਡੀਫਾਈ ਕਰਨਾ ਚਾਹੀਦਾ। ਤੇ ਜੇ ਉਹਨੇ ਨਾ ਕੀਤਾ ਤੇ ਅਦਾਲਤ ਵਿੱਚ ਕੇਸ ਚਲਾ ਗਿਆ। ਇਹ ਉਹਨੂੰ ਇੱਕ ਵਾਰੀ ਫਿਰ ਮੋਡੀਫਾਈ ਕਰਨਾ ਪੈ ਜਾਣਾ। ਬਿਹਤਰ ਹੈ ਕਿ ਚੋਣ ਕਮਿਸ਼ਨ ਆਪ ਇਹੋ ਜਿਹਾ ਕੁਝ ਕੰਮ ਕਰ ਲਵੇ ਤਾਂ ਕਿ ਕਿਸੇ ਨੂੰ ਪੁਆਇੰਟ ਆਊਟ ਕਰਨ ਦਾ ਮੌਕਾ ਹੀ ਨਾ ਮਿਲੇ। ਹਾਂਜੀ, ਦੂਸਰਾ ਸਵਾਲ, ਆਪਾਂ ਇਲੈਕਸ਼ਨਾਂ ਦੀ ਗੱਲ ਕਰ ਰਹੇ ਹਾਂ ਤੇ ਮੇਰੇ ਦਿਮਾਗ 'ਚ ਆਇਆ ਕਿ ਮੋਦੀ ਸਾਹਿਬ ਨੇ ਕਿਹਾ ਆਪਣੇ ਆਗੂਆਂ ਨੂੰ, ਭਾਜਪਾ ਆਗੂਆਂ ਨੂੰ, ਕਿ ਤੁਸੀਂ ਆਪਣੇ ਨਾਮ ਦੇ ਪਿੱਛੇ ਚੌਕੀਦਾਰ ਲਗਾਓ। ਇਹਦਾ ਕੀ ਕਾਰਨ ਆ ਜਾਂ ਇਹਦਾ ਆਉਣ ਵਾਲੇ ਸਮੇਂ ਵਿੱਚ ਕੀ ਆਪਾਂ ਨੂੰ ਫਾਇਦਾ ਹੋਏਗਾ? ਇਹ ਬੜੀ ਫਜ਼ੂਲ ਜੀ ਗੱਲ ਕੀਤੀ ਉਹਨਾਂ ਨੇ। ਉਹਨੇ ਆਖਿਆ ਸੀ ਮੈਂ ਪ੍ਰਧਾਨ ਮੰਤਰੀ ਨਹੀਂ, ਮੈਂ ਦੇਸ਼ ਦਾ ਪ੍ਰਧਾਨ ਸੇਵਕ ਬਣਾਂਗਾ। ਪ੍ਰਧਾਨਗੀ ਕੀਤੀ, ਸੇਵਕਾਂ ਵਾਲੀ ਗੱਲ ਤਾਂ ਕੀਤੀ ਕੋਈ ਨਹੀਂ। ਮੈਂ ਗੰਦ ਸਾਫ਼ ਕਰ ਦਿਆਂਗਾ। ਗੰਦ ਸਾਫ਼ ਕਰਨ ਦੇ ਤਮਾਸ਼ੇ ਤਾਂ ਬਥੇਰੇ ਕੀਤੇ, ਗੰਦ ਤਾਂ ਸਾਫ਼ ਹੋਇਆ ਨਹੀਂ। ਜਿਹੜੇ ਗੰਗਾ ਨਦੀ ਦੇ ਉੱਤੇ 22,000 ਕਰੋੜ ਰੁਪਏ ਤੋਂ ਵੱਧ ਫੂਕਤਾ, ਗੰਦ ਤਾਂ ਉਹਦੇ ਵਿੱਚ ਵੀ ਵਗੀ ਜਾਂਦਾ। ਜੀ ਯੂਪੀ ਦੀ ਸਰਕਾਰ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਜੁਰਮਾਨਾ ਕਰਤਾ ਕਿ ਤੁਸੀਂ ਨਦੀਆਂ ਦਾ ਗੰਦ ਨਹੀਂ ਰੋਕ ਸਕੇ। ਮੋਦੀ ਸਾਹਿਬ ਨੇ ਵੀ ਨਹੀਂ ਕੀਤਾ। ਫਿਰ ਇਹ ਕਹਿਤਾ मैं ना खाऊंगा ना खाने दूंगा, अपने आगे ना पीछे कोई रोने वाला रोने वाली। ये सारा ड्रामा करके तो कहता मैं देश का चौकीदार हूँ। तो राहुल गांधी ने तो टिप्पणी शुरू करती कि किहो जिहा चौकीदार है। राफेल के सौदे विच चौकीदार दे हुंदियां माल खाधा गया। लोग कहते हैं कि चौकीदार चोर है। हुण चौकीदार इत्थे कौन ने? कोई गोदामां दा चौकीदार भी है, कोई होटल का चौकीदार भी है, कोई सारे पिंड का साझा चौकीदार भी है। हाँ जी, शहरों में भी चौकीदार ने, वो चोरियां तो नहीं करते फिरते। कदे कोई हज़ारां चों एक चौकीदार चोर निकलिया होवे तो निकलिया होवे। पर सियासी लीडरां दी खैबाजी च जदों एक कहंदा मैं चौकीदार है, दूसरा कहंदा चौकीदार चोर है, तो बेचारे जिहड़े सधारण चौकीदार है सोचते होणगे कि रोटी तो साडे घर पकदी नहीं, ते आ जिहड़े एडे एडे सेठ ने ਜਾਂ ਸੇਠਾਂ ਦੇ ਨੁਮਾਇੰਦੇ ਨੇ ਜੀ ਸਾਡਾ ਨਾਂ ਲੈ ਕੇ ਕੁੱਕੜ ਖੇ ਕਿਉਂ ਡਾਉਂਦੇ ਪਏ। ਅੱਗੇ ਉਹ ਸੱਚੇ ਸੌਦੇ ਵਾਲੇ ਬਾਬੇ ਨੇ ਕਹਿਤਾ ਸੀ ਸਾਰਿਆਂ ਨੂੰ ਆਪਣੇ ਨਾਂ ਨਾਲ ਲਾ ਦਿਓ ਇੰਸਾ, ਫਲਾਣਾ ਇੰਸਾ, ਗੁਰਦਿਆਲ ਸਿੰਘ ਇੰਸਾ, ਪ੍ਰਭੂਦਿਆਲ ਇੰਸਾ। ਇਹ ਸਭ ਕੁਝ ਜੋ ਕੁਝ ਸੀਗਾ ਇੰਸਾ ਲਾਉਣ ਦਾ ਮਤਲਬ ਇਹ ਕਿ ਤੁਸੀਂ ਇਨਸਾਨ ਬਣਨਾ। ਤੇ ਪੱਲੇ ਕੀ ਨਿਕਲਿਆ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਜਿਹੜੀਆਂ ਅਸੀਂ ਉਹਨਾਂ ਨੂੰ ਚੋਰੀ ਕਰੋ ਤੇ ਪੱਤਰੇ ਪਾੜ ਕੇ ਸੁੱਟ ਦਿਓ। ਇਹ ਬੰਬ ਧਮਾਕੇ ਕਰਾ ਦਿਓ, ਪੁੱਠੇ ਕੰਮ ਕੀਤੇ। ਹੁਣ ਇਹ ਜਿਹੜੀ ਹੈਗੀ ਇਸ ਤਰ੍ਹਾਂ ਦੀ ਗੱਲ ਕਿ ਆਪਣੇ ਨਾਂ ਨਾਲ ਚੌਕੀਦਾਰ ਲਾ ਦਿਓ। ਇਹ ਕਹਿਣਾ ਸ਼ੁਰੂ ਕਰੋ ਨਾ ਖਾਊਂਗਾ ਨਾ ਖਾਣੇ ਦੂੰਗਾ, ਮੈਂ ਭ੍ਰਿਸ਼ਟਾਚਾਰ ਰੋਕੂੰਗਾ, ਮੈਂ ਚੌਕੀਦਾਰ ਹਾਂ, ਮੈਂ ਚੋਰ ਨਹੀਂ। ਪਰ ਲੋਕ ਇਹਦੇ ਉੱਤੇ ਸੋਸ਼ਲ ਮੀਡੀਆ 'ਚ ਮਜ਼ਾਕ ਉਡਾ ਰਹੇ ਨੇ। ਹਾਂਜੀ, ਦੇਸ਼ ਦੇ ਪ੍ਰਧਾਨ ਮੰਤਰੀ ਦੀ ਇੱਕ ਇੱਕ ਗੱਲ ਨੂੰ ਲੈ ਕੇ ਜਲੂਸ ਨਿਕਲ ਰਿਹਾ। ਤੇ ਜਲੂਸ ਕੀ ਨਿਕਲਦਾ? ਇੱਕ ਬੰਦੇ ਨੇ ਲਿਖਿਆ ਪ੍ਰਧਾਨ ਮੰਤਰੀ ਮੋਦੀ ਜੀ ਤੁਸੀਂ ਬਿਲਕੁਲ ਠੀਕ ਆਖਿਆ, ਤੁਸੀਂ ਸੱਚੀ ਮੁੱਚੀ ਚੌਕੀਦਾਰ ਹੋ ਔਰ ਤੁਸੀਂ ਇਕੱਲੇ ਨਹੀਂ ਹੋ, ਇੱਥੇ ਬੜੇ ਚੌਕੀਦਾਰ ਨੇ ਔਰ ਨੀਰਵ ਮੋਦੀ ਵੀ ਚੌਕੀਦਾਰ ਹੈ। ਜੇ ਚੌਕੀਦਾਰ ਨਾ ਹੁੰਦਾ, ਤੁਹਾਡੇ ਵਰਗਾ ਨਾ ਹੁੰਦਾ ਤੇ ਤੁਹਾਡੀ ਮਰਜ਼ੀ ਤੋਂ ਬਗੈਰ ਦੇਸ਼ 'ਚੋਂ ਭੱਜ ਕਿੱਦਾਂ ਜਾਂਦਾ? ਮੇਹੁਲ ਚੌਕਸੀ, ਵਿਜੇ ਮਾਲਿਆ, ਇਹ ਸਾਰੇ ਲੋਕ ਚੌਕੀਦਾਰ ਹੀ ਨੇ ਜੀ, ਖਾ ਗਏ। ਪ੍ਰਿਯੰਕਾ ਗਾਂਧੀ ਇਹਨਾਂ ਸਾਰਿਆਂ ਤੋਂ ਵੱਖਰੀ ਬੋਲੀ 'ਚ ਬੋਲੀ ਹੈ। ਕਹਿੰਦੀ ਪ੍ਰਧਾਨ ਮੰਤਰੀ ਜਦੋਂ ਪ੍ਰਧਾਨ ਮੰਤਰੀ ਬਣਿਆ ਉਦੋਂ ਤਾਂ ਪ੍ਰਧਾਨ ਸੇਵਕ ਸੀ, ਹੁਣ ਸੇਵਕ ਦੇ ਬਜਾਏ ਚੌਕੀਦਾਰ ਬਣ ਗਿਆ। ਸੇਵਕ ਤਾਂ ਕਿਸੇ ਦੀ ਵੀ ਸੇਵਾ ਕਰ ਸਕਦਾ, ਪਰ ਜਿਹੜੇ ਚੌਕੀਦਾਰ ਹੈ
ਉਹ ਤਾਂ ਵੱਡੇ ਅਮੀਰਾਂ ਦੇ ਘਰਾਂ ਵਿੱਚ, ਉਹਨਾਂ ਦੀਆਂ ਫੈਕਟਰੀਆਂ ਵਿੱਚ, ਉਹਨਾਂ ਦੇ ਕਾਰੋਬਾਰੀ ਅਦਾਰਿਆਂ 'ਚ ਹੁੰਦੇ ਆ। ਕਦੇ ਕਿਸਾਨਾਂ ਦੇ ਵਾਸਤੇ ਚੌਕੀਦਾਰ ਨਹੀਂ ਹੁੰਦਾ। ਹਾਂਜੀ, ਪਤਾ ਨਹੀਂ ਕਿਉਂ ਰਾਜਨੀਤੀ ਇੰਨੀ ਨੀਵੀਂ ਚਲੀ ਗਈ। ਪੰਨੂ ਸਾਹਿਬ, ਅਗਲੀ ਖਬਰ ਆ ਰਹੀ ਹੈ ਜੀ ਅਯੋਧਿਆ ਤੋਂ। ਬਹੁਤ ਜ਼ਿਆਦਾ ਵੱਡਾ ਵਿਵਾਦ ਜਿਹੜਾ ਖੜਾ ਹੋ ਚੁੱਕਾ ਹੈ। ਉਹਨਾਂ ਨੇ 3 ਬੰਦੇ ਅਪਾਇੰਟ ਕੀਤੇ ਸੀਗੇ ਤੇ ਇੱਕ ਵਿੱਚ ਜਿਹੜਾ ਨਾਮ ਉਛਲ ਕੇ ਬਾਹਰ ਆ ਰਿਹਾ ਸ਼੍ਰੀ ਰਵੀ ਸ਼ੰਕਰ ਜੀ ਦਾ। ਉਸ ਮੁੱਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ? ਦੇਖੋ, ਗੱਲ ਇਹ ਹੈ ਕਿ ਰਵੀ ਸ਼ੰਕਰ ਤਿੰਨਾਂ ਚੋਂ ਇੱਕ ਹੈ, ਦੂਜੇ ਦੋਵਾਂ ਬਾਰੇ ਕੋਈ ਵਿਵਾਦ ਨਹੀਂ। ਇਸ ਇਕੱਲੇ ਦੇ ਸਵਾਲ ਦੇ ਉੱਤੇ ਰੌਲਾ ਕਿਉਂ ਪੈ ਰਿਹਾ? ਅਸਲੀਅਤ ਇਹ ਹੈ ਕਿ ਜਿਸ ਤਰ੍ਹਾਂ ਦਾ ਵਿਵਾਦ ਸੀ ਉਹਦੇ 'ਚ ਜੇ ਬਿਲਕੁਲ ਸਾਂਝੇ ਬੰਦੇ ਹੁੰਦੇ ਤੇ ਬਿਹਤਰ ਸੀ ਜੀ। ਤੇ ਜੇ ਸਾਂਝੇ ਨਾ ਵੀ ਹੋਣ ਤੇ ਜਦੋਂ ਸਾਂਝੇ ਹੋਣ ਦੀ ਜ਼ਿੰਮੇਵਾਰੀ ਪੈ ਜਾਏ ਤੇ ਬੰਦੇ ਨੂੰ ਉਸ ਜ਼ਿੰਮੇਵਾਰੀ ਦਾ ਅਹਿਸਾਸ ਕਰਨਾ ਚਾਹੀਦਾ। ਪੁਰਾਣਾ ਕੇਸ ਇਹ ਚੱਲਦਾ ਆ ਰਿਹਾ। 1885 ਵਿੱਚ ਪਹਿਲੀ ਵਾਰੀ ਉੱਥੇ ਜਿਹੜਾ ਇੱਕ ਨੰਜਣੀ ਅਖਾੜਾ, ਉਹਨਾਂ ਨੇ ਇਹ ਮੰਗ ਕਰ ਦਿੱਤੀ ਕਿ ਸਾਨੂੰ ਰਾਮ ਮੰਦਿਰ ਦਾ ਇਹ ਥਾਂ ਬਣਾਉਣ ਦੀ ਆਗਿਆ ਦਿੱਤੀ ਜਾਵੇ ਜੀ। ਅਦਾਲਤ ਨੇ ਆਖਿਆ ਕਿ ਤੁਹਾਨੂੰ ਬਣਾਉਣ ਤੋਂ ਤੇ ਅਸੀਂ ਨਹੀਂ ਰੋਕਦੇ, ਥੋੜਾ ਪਰੇ ਹਟ ਕੇ ਬਣਾ ਲਓ, ਇੱਥੇ ਇੱਕ ਮਸਜਿਦ ਬਣੀ ਹੈ, ਜੇ ਤੁਸੀਂ ਇਹਦੇ ਨਾਲ ਹੀ ਇੱਥੇ ਰਾਮ ਮੰਦਿਰ ਬਣਾਓਗੇ, ਆਉਂਦੇ ਜਾਂਦੇ ਸ਼ਰਧਾਲੂ ਮੰਦਿਰ ਵਾਲੇ ਤੇ ਮਸਜਿਦ ਵਾਲੇ ਕੱਲ੍ਹ ਨੂੰ ਕੋਈ ਝਗੜਾ ਹੋ ਸਕਦਾ। ਉਹ ਫੈਸਲਾ ਨਾ ਹੋਇਆ, ਅੰਗਰੇਜ਼ਾਂ ਦਾ ਰਾਜ ਸੀ, ਗੱਲ ਲਮਕਦੀ ਗਈ, ਅੰਗਰੇਜ਼ ਚਲੇ ਗਏ, ਕੇਸ ਫਿਰ ਚੱਲਦਾ ਰਿਹਾ। 2010 ਦੇ ਵਿੱਚ ਜਾ ਕੇ ਇਲਾਹਾਬਾਦ ਹਾਈ ਕੋਰਟ, ਜਿਹੜੀ ਸਾਰੇ ਉੱਤਰ ਪ੍ਰਦੇਸ਼ ਨੂੰ ਡੀਲ ਕਰਦੀ ਹੈ, ਉਹਦੇ 3 ਜੱਜਾਂ ਨੇ ਫੈਸਲਾ ਦੇ ਦਿੱਤਾ। ਤਿੰਨੀ ਥਾਈਂ ਉਹ ਸਾਰਾ ਕੁਝ ਵੰਡ ਦਿੱਤਾ ਗਿਆ। ਇੱਕ ਅਖਾੜੇ ਵਾਲਿਆਂ ਨੂੰ ਹਿੱਸਾ ਦੇ ਦਿੱਤਾ, ਇੱਕ ਬਾਬਰੀ ਮਸਜਿਦ ਐਕਸ਼ਨ ਕਮੇਟੀ ਨੂੰ ਦੇ ਦਿੱਤਾ, ਇੱਕ ਭਗਵਾਨ ਰਾਮ ਲੱਲਾ ਦੇ ਨਾਂ 'ਤੇ ਰਾਮ ਲੱਲਾ ਬਿਰਾਜਮਾਨ ਰਾਮ ਜਨਮ ਭੂਮੀ ਟਰਸਟ ਨੂੰ ਦੇ ਦਿੱਤਾ ਜੀ। ਤਿੰਨਾਂ ਤਰ੍ਹਾਂ ਦੀ ਤਸੱਲੀ ਨਾਲ ਕੇਸ ਸੁਪਰੀਮ ਕੋਰਟ ਚਲਾ ਗਿਆ। ਸੁਪਰੀਮ ਕੋਰਟ ਦੇ ਵਿੱਚ ਵਾਰ-ਵਾਰ ਅਰਜ਼ੀਆਂ ਦਿੰਦੇ ਰਹੇ ਕਿ ਮੁਕਾਓ ਜੀ, ਫੈਸਲਾ ਛੇਤੀ ਕਰੋ ਜੀ। ਕਦੇ ਜੱਜ ਟ੍ਰਾਂਸਫਰ ਹੋ ਗਿਆ, ਕਦੇ ਜੱਜ ਰਿਟਾਇਰ ਹੋ ਗਿਆ, ਕਦੇ ਜੱਜ ਨੇ ਕਹਿਤਾ ਮੈਂ ਕੇਸ ਸੁਣਨਾ ਨਹੀਂ, ਲਮਕਦਾ ਗਿਆ। ਹੁਣ ਜਦੋਂ ਹਿੰਦੂ ਸੰਤਾਂ ਦੀ ਧਰਮ ਸੰਸਦ ਹੋਈ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਆਖਿਆ, ਪ੍ਰਧਾਨ ਮੰਤਰੀ ਨੇ ਵਕੀਲਾਂ ਰਾਹੀਂ ਅਦਾਲਤ ਨੂੰ ਆਖਿਆ ਕਿ ਫੈਸਲਾ ਕਰੋ। ਜੱਜ ਸਾਹਿਬਾਨ ਨੇ ਆਖਿਆ ਫੈਸਲਾ ਕਰਨਾ ਕੋਈ ਔਖਾ ਕੰਮ ਨਹੀਂ, ਅਸੀਂ ਅੱਜ ਕਰ ਦਿਆਂਗੇ, ਪਰ ਉਹ ਕਾਨੂੰਨੀ ਫੈਸਲਾ ਹੋਏਗਾ ਜੀ। ਜੇ ਕੋਈ ਤਰ੍ਹਾਂ ਨੇ ਫਿਰ ਨਾ ਮੰਨਿਆ, ਗੱਲ ਤਾਂ ਫਿਰ ਨਹੀਂ ਮੁੱਕਣੀ। ਇਹਦੇ ਨਾਲ ਬਿਹਤਰ ਇਹ ਹੈ ਕਿ ਅਸੀਂ ਸਿਰਫ ਇੱਕ ਜ਼ਮੀਨ ਦਾ ਟੋਟਾ ਜਿਹੜਾ ਉਹਦੀ ਵੰਡ ਕਰਨ ਵਾਸਤੇ ਨਹੀਂ ਬੈਠਣਾ। ਅਸੀਂ ਚਾਹੁੰਦੇ ਹਾਂ ਕਿ ਦੇਸ਼ ਵਸਦਾ ਰਹੇ। ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਸੰਬੰਧਿਤ ਧਿਰਾਂ ਇਸ ਮਾਮਲੇ ਦਾ ਫੈਸਲਾ ਹੋਣ ਤੋਂ ਬਾਅਦ ਵੀ ਆਪੋ ਵਿੱਚ ਮਿਲ ਕੇ ਰਹਿ ਸਕਣ ਤੇ ਅਯੁੱਧਿਆ ਦੀ ਨਗਰੀ ਸ਼ਾਂਤਮਈ ਹੋਵੇ, ਦੇਸ਼ ਜਿਹੜਾ ਸ਼ਾਂਤਮਈ ਰਹੇ। ਹਾਂਜੀ। ਸ਼੍ਰੀ ਰਵੀ ਸ਼ੰਕਰ ਹਿੰਦੂ ਧਰਮ ਦਾ ਧਾਰਮਿਕ ਗੁਰੂ ਮੰਨਿਆ ਜਾਂਦਾ, ਪਰ ਲੋਕੀ ਇਹ ਜਾਣਦੇ ਆ ਕਿ ਆਮ ਹਿੰਦੂਆਂ ਦਾ ਗੁਰੂ ਨਹੀਂ ਗਾ ਉਹ। ਹਿੰਦੂਆਂ ਦੇ ਵਿੱਚੋਂ ਵੱਡੇ ਲੋਕ ਜਿਨ੍ਹਾਂ ਦੀ ਜੇਬ ਦੇ ਵਿੱਚ ਪੈਸੇ ਬਾਹਰ ਉਛਲਦੇ ਆ, ਇਹ ਅਮੀਰਾਂ ਦਾ ਸਾਧ ਹੈ। ਇਸ ਅਮੀਰਾਂ ਦੇ ਸਾਧ ਨੂੰ ਵਿੱਚ ਪਾਤਾ ਗਿਆ ਜੀ। ਤੀਸਰਾ ਬੰਦਾ ਸ੍ਰੀ ਰਾਮ ਪੰਚੂ, ਤਾਮਿਲਨਾਡੂ ਦਾ ਸੀਨੀਅਰ ਵਕੀਲ ਹੈ। ਉਹਦਾ ਰਿਕਾਰਡ ਇਹ ਹੈ ਕਿ ਉਹਨੇ ਸਾਰੀ ਉਮਰ ਮੁਕੱਦਮੇਬਾਜ਼ੀ ਕਰਨ ਦੇ ਬਜਾਏ ਮੁਕੱਦਮਿਆਂ ਨੂੰ ਆਪੋ ਵਿੱਚ ਵਿਚੋਲਗੀ ਰਾਹੀਂ, ਬੈਠ ਬਿਠਾ ਰਾਹੀਂ, ਫੜ ਬਾਂਹ ਫੜਾ ਬਾਂਹ, ਗੱਲਬਾਤ ਰਾਹੀਂ ਨਿਬੇੜਨ ਤੇ ਜ਼ੋਰ ਦਿੱਤਾ। ਉਹਨੇ ਵੱਡੀਆਂ ਕਾਰਪੋਰੇਸ਼ਨਾਂ ਤੇ ਸਰਕਾਰੀ ਵਿਭਾਗਾਂ ਦੇ ਮਾਮਲੇ ਵੀ ਇਸ ਤਰ੍ਹਾਂ ਸੁਲਝਾਏ। ਸਾਰੇ ਦੇਸ਼ ਦੇ ਜਿਹੜੇ ਮੀਡੀਏਟਰਸ ਨੇ ਉਹਨਾਂ ਦੀ ਐਸੋਸੀਏਸ਼ਨ ਦਾ ਚੇਅਰਮੈਨ ਵੀ ਹੈ। ਇਹ ਤੋਂ ਪਹਿਲਾਂ ਵਰਲਡ ਲੈਵਲ ਦੇ ਉੱਤੇ ਵੀ ਇਹੋ ਜਿਹੀਆਂ ਐਸੋਸੀਏਸ਼ਨਾਂ ਦਾ ਚੇਅਰਮੈਨ ਹੈ। ਹੁਣ ਕਿੱਥੇ ਜਸਟਿਸ ਕਲੀਫੁੱਲਾ ਜੀ ਤੇ ਕੋਈ ਦਾਗ ਨਹੀਂ, ਕਿੱਥੇ ਸ੍ਰੀ ਰਾਮ ਪੰਚੂ ਜੀ ਤੇ ਕੋਈ ਦਾਗ ਨਹੀਂ, ਤੇ ਨਾਲ ਤੀਜਾ ਪਾ ਦਿੱਤਾ ਗਿਆ ਸ੍ਰੀ ਰਵੀ ਸ਼ੰਕਰ ਜੀ। ਇਹ ਤਾਂ ਦਾਗੀ ਉਦੋਂ ਹੀ ਹੋ ਗਿਆ ਜਦੋਂ ਨੇ ਦਿੱਲੀ ਰਾਜਧਾਨੀ ਦੇ ਵਿੱਚ ਜਮਨਾ ਦੇ ਕੰਢੇ ਤੇ ਇੱਕ ਪ੍ਰੋਗਰਾਮ ਕਰਾਇਆ ਤੇ ਉਸ ਪ੍ਰੋਗਰਾਮ ਵਾਸਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਆਖਿਆ ਜੀ ਕਾਨੂੰਨ ਦੀ ਵਾਇਓਲੇਸ਼ਨ ਹੋਈ ਹੈ। ਇਹਨੇ ਜਿੰਨਾ ਕੁਝ ਕੀਤਾ ਉਹਦੇ ਬਾਰੇ ਤੇ ਕਈ ਕਿਸਮ ਦੇ ਦੋਸ਼ ਲੱਗਦੇ ਰਹੇ, ਜੁਰਮਾਨੇ ਲੱਗੇ, ਇਹਨੇ ਉਹ ਨਹੀਂ ਦਿੱਤੇ। ਹੁਣ ਉਹਦੇ 'ਚ ਪਾਤਾ ਤੇ ਪੈਣ ਤੋਂ ਬਾਅਦ ਹੀ ਇਹ ਸਮਝ ਲਵੇ ਕਿ ਮੈਂ ਸਾਂਝਾ ਬੰਦਾ, ਸਾਂਝੇ ਬੰਦੇ ਨੂੰ ਸਾਂਝੇ ਤੌਰ ਤੇ ਬੋਲਣਾ ਚਾਹੀਦਾ। ਹਾਂਜੀ। ਜਿਸ ਜਿਸ ਦਿਨ ਨੂੰ ਉਹਨਾਂ ਤਿੰਨਾਂ 'ਚ ਪਾਇਆ ਗਿਆ ਸੀ, ਕੁਝ ਮੁਸਲਿਮ ਧਿਰਾਂ ਨੇ ਤੇ ਕੁਝ ਹਿੰਦੂ ਧਿਰਾਂ ਨੇ ਆਖਿਆ ਸੀ ਕਿ ਸਾਂਝਾ ਪਾ ਦਿੱਤਾ ਗਿਆ, ਪਰ ਅਸਲ 'ਚ ਸਾਂਝਾ ਨਹੀਂ ਗਾ। ਇਹਦੇ ਪੁਰਾਣੇ ਬਿਆਨ ਕੱਢ ਕੇ ਵੇਖੋ ਤੇ ਆਹ ਗੱਲਾਂ ਕਰਦਾ ਰਿਹਾ। ਇਹਨੂੰ ਚਾਹੀਦਾ ਸੀ ਆਪਣਾ ਅਕਸ ਸੁਧਾਰਦਾ ਜੀ। ਇਹ ਹੁਣ ਇਸ ਐਤਵਾਰ ਨੂੰ ਪੰਜਾਬ ਵਿੱਚ ਆਇਆ, ਇੱਕ ਪ੍ਰੋਗਰਾਮ ਕੀਤਾ ਆਰਟ ਆਫ ਲਿਵਿੰਗ ਦਾ, ਲੋਕਾਂ ਨੂੰ ਦੱਸਿਆ ਜੀਣਾ ਕਿੱਦਾਂ। ਇਹ ਹੁਣ ਜਿਨ੍ਹਾਂ ਨੇ ਆਪ ਕਦੇ ਜ਼ਿੰਦਗੀ ਜਿਹੜੇ ਕਦੇ ਗ੍ਰਸਤ ਦੀ ਕੱਟੀ ਨਹੀਂ, ਪਰਿਵਾਰ ਪਾਲੇ ਨਹੀਂ, ਇਹ ਗ੍ਰਸਤੀ ਲੋਕਾਂ ਨੂੰ ਜਿਉਣਾ ਦੱਸਦੇ ਆ। ਜੀ। ਤੁਸੀਂ ਧੀ ਵਿਆਹੀ ਨਹੀਂ, ਨਹੁੰ ਕੋਈ ਲਿਆਈ ਨਹੀਂ,
ਨਾ ਤੁਹਾਡੇ ਕੋਲ ਧੀ ਜਵਾਈ ਨਾ ਨੌ ਪੁੱਤ। ਤੁਹਾਨੂੰ ਪਤਾ ਦੁਨੀਆਦਾਰੀ ਦਾ, ਇਹ ਲੋਕਾਂ ਨੂੰ ਦੁਨੀਆਦਾਰੀ ਸਿਖਾਉਂਦੇ ਨੇ ਸਾਧ। ਆਇਆ ਸੀ ਦੁਨੀਆਦਾਰੀ ਸਿਖਾਉਣ, ਤੇ ਉੱਥੇ ਗੱਲ ਚੱਲ ਪਈ ਕਿ ਤੁਸੀਂ ਤਾਂ ਜੀ ਵਿਚੋਲੇ ਬਣੇ ਅਯੁੱਧਿਆ ਦੇ ਰਾਮ ਜਨਮ ਭੂਮੀ ਮੰਦਿਰ ਵਾਲੇ ਮਾਮਲੇ ਦਾ, ਬਾਬਰੀ ਮਸਜਿਦ ਵਾਲੇ ਦਾ, ਉੱਥੇ ਕਰੋਗੇ। ਕਹਿੰਦਾ ਮੈਂ ਰਾਮ ਮੰਦਿਰ ਵਾਸਤੇ ਤੇ ਜੋ ਕੁਛ ਜ਼ਰੂਰੀ ਆ ਕਰੂੰਗਾ, ਜਦ ਤੱਕ ਮੇਰਾ ਵੱਸ ਚੱਲਿਆ ਉਹ ਮੈਂ ਜ਼ਰੂਰ ਕਰੂੰਗਾ ਜੀ। ਜਿਹੜਾ ਵਿਚੋਲਾ ਉਹ ਕਦੇ ਇਸ ਤਰ੍ਹਾਂ ਦੇ ਲਫ਼ਜ਼ ਕਹਿ ਹੀ ਨਹੀਂ ਸਕਦਾ ਕਿ ਮੈਂ ਜ਼ਰੂਰ ਕਰੂੰਗਾ। ਉਹ ਕਹਿੰਦਾ ਜੀ ਅਸੀਂ ਹੁਣ ਕਿਉਂਕਿ ਵਿਚੋਲੇ ਹਾਂ, ਅਸੀਂ ਸਾਂਝੇ ਹਾਂ, ਅਸੀਂ ਦੋਵੇਂ ਪੱਖ ਵੇਖਾਂਗੇ, ਕੋਸ਼ਿਸ਼ ਇਹ ਕਰਾਂਗੇ ਕਿ ਇਹ ਵੀ ਉਹ ਵੀ ਸਾਰੀਆਂ ਤਰ੍ਹਾਂ ਦੀ ਤਸੱਲੀ ਕਰਾਏਗੀ। ਵਿਚੋਲਾ ਕਦੇ ਵੀ ਇਹ ਨਹੀਂ ਕਹਿੰਦਾ ਹੁੰਦਾ ਕਿ ਮੈਂ ਵਿੱਚ ਪਿਆ ਤੇ ਮੈਂ ਫਲਾਣਾ ਪੱਖ ਪੂਰੂੰਗਾ, ਫਿਰ ਉਹ ਸਾਂਝਾ ਬੰਦਾ ਕਦ ਰਹਿ ਗਿਆ। ਇਹਦਾ ਕੁਝ ਦੂਸਰੇ ਲੋਕ ਬੁਰਾ ਮਨਾ ਸਕਦੇ। ਹਾਂਜੀ, ਸੁਪਰੀਮ ਕੋਰਟ ਦੀ ਆਪਾਂ ਗੱਲ ਕਰ ਰਹੇ ਸੀ, ਉਹ ਤੋਂ ਮੈਨੂੰ ਅਗਲਾ ਸਵਾਲ ਯਾਦ ਆਇਆ ਵੀ ਸੁਪਰੀਮ ਕੋਰਟ ਦੇ ਕਿਸੇ ਸਾਬਕਾ ਜੱਜ ਨੇ ਕਿਹਾ ਵੀ ਮੈਨੂੰ ਲੋਕਤੰਤਰ ਵਿੱਚ ਭਰੋਸਾ ਨਹੀਂ, ਵਿਸ਼ਵਾਸ ਨਹੀਂ। ਉਹ ਕੌਣ ਨੇ ਸਾਬਕਾ ਜੱਜ ਸਾਹਿਬ, ਤੇ ਉਹਨਾਂ ਨੇ ਇਹ ਗੱਲ ਕਿਉਂ ਕਹੀ? ਉਹਨਾਂ ਦਾ ਨਾਮ ਜਸਟਿਸ ਮਾਰਕੰਡੇ ਕਾਟਜੂ ਹੈ। ਇਹ ਕਾਟਜੂ ਕਸ਼ਮੀਰੀ ਪੰਡਿਤ ਹੁੰਦੇ ਨੇ ਜੀ। ਉਹ ਬੰਦਾ ਬੜੇ ਵੱਖਰੇ ਜਿਹੇ ਸੁਭਾਅ ਦਾ, ਜਦੋਂ ਜੱਜ ਹੁੰਦਾ ਸੀ ਉਦੋਂ ਵੀ ਇਹੋ ਜਿਹੀਆਂ ਟਿੱਪਣੀਆਂ ਸਰਕਾਰ ਦੇ ਖਿਲਾਫ, ਵੱਖ-ਵੱਖ ਮਹਿਕਮਿਆਂ ਦੇ ਖਿਲਾਫ ਕਰ ਜਾਂਦਾ ਸੀ, ਰੌਲਾ ਪੈ ਜਾਂਦਾ ਸੀ। ਹਾਂਜੀ। ਕਰਦਾ ਸੀ ਖੜਕਵੀਆਂ। ਰਿਟਾਇਰ ਹੋਇਆ, ਇਹਨੂੰ ਭਾਰਤ ਦੀ ਪ੍ਰੈਸ ਕੌਂਸਲ ਦਾ ਮੁਖੀ ਬਣਾ ਦਿੱਤਾ ਗਿਆ। ਇਹਦੇ ਵਾਸਤੇ ਬੜਾ ਵੱਡਾ ਸਵਾਲ ਸੀ ਕਿ ਪੱਤਰਕਾਰੀ ਭਾਈਚਾਰੇ ਦੇ ਤੋਂ ਕੋਈ ਗਲਤੀ ਹੋਵੇ ਤੇ ਉਹਦੇ ਬਾਰੇ ਵੀ ਫੈਸਲਾ ਕਰਨਾ। ਪਰ ਜੇ ਪੱਤਰਕਾਰੀ ਭਾਈਚਾਰਾ, ਜੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਸਵਾਲ ਹੈ ਤੇ ਉਹਨਾਂ ਨੂੰ ਵੀ ਡਿਫੈਂਡ ਕਰਨਾ। ਮਨਮੋਹਨ ਸਿੰਘ ਦੀ ਸਰਕਾਰ ਸੀ, ਇੱਕ ਕਾਰਟੂਨਿਸਟ ਨੇ ਸਕੈਚ ਬਣਾ ਦਿੱਤਾ ਜੀ, ਜਿਹੜੀ ਸਾਡੇ ਘਰਾਂ 'ਚ ਟਾਇਲਟ ਸੀਟ ਲੱਗੀ ਹੁੰਦੀ ਹੈ, ਉਹਨੇ ਟਾਇਲਟ ਸੀਟ ਨੂੰ ਪਾਰਲੀਮੈਂਟ ਭਵਨ ਦਾ ਰੂਪ ਦੇ ਦਿੱਤਾ। ਸਾਰੇ ਦੇਸ਼ 'ਚ ਰੌਲਾ ਪੈ ਗਿਆ ਕਿ ਪਾਰਲੀਮੈਂਟ ਤਾਂ ਦੇਸ਼ ਦੀ ਡੈਮੋਕ੍ਰੇਸੀ ਦਾ ਸਭ ਤੋਂ ਵੱਡਾ ਮੰਦਰ ਹੁੰਦੀ ਹੈ, ਜੀ, ਤੇ ਇਸ ਕਾਰਟੂਨਿਸਟ ਨੇ ਪਾਰਲੀਮੈਂਟ ਨੂੰ ਟਾਇਲਟ ਸੀਟ ਬਣਾ ਦਿੱਤਾ। ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਜਸਟਿਸ ਮਾਰਕੰਡੇ ਕਾਟਜੂ ਸੀ ਜਿਹਨੇ ਆਖਿਆ ਜੋ ਉੱਥੇ ਹੁੰਦਾ ਪਿਆ ਕਦੇ ਵੇਖਿਆ ਨਹੀਂ ਪਾਰਲੀਮੈਂਟ 'ਚ ਕੀ ਹੁੰਦਾ, ਇਹ ਵਿਚਾਰਾਂ ਦੀ ਪ੍ਰਗਟਾਵੇ ਦੀ ਆਜ਼ਾਦੀ ਹੈ, ਤੁਸੀਂ ਫੜਿਆ ਉਹਨੂੰ ਕਿੱਦਾਂ, ਤੁਸੀਂ ਛੱਡੋ ਉਹਨੂੰ। ਟੁੱਟ ਕੇ ਪੈ ਗਏ। ਹਾਂਜੀ। ਇਹਦਾ ਇੱਕ ਚੰਗਾ ਪੱਖ। ਦੂਸਰਾ ਇਹ ਕਿ ਬੋਲਦਾ ਬਹੁਤ ਖਰਵਾ, ਬੋਲਣ ਦਾ ਅੱਗਾ ਪਿੱਛਾ ਨਹੀਂ ਵੇਖਦਾ। ਗਊ ਤੇਰਾ ਸਵਾਲ ਆਇਆ ਸੀ, ਦਲੀਲਾਂ ਦੇਣ ਲੱਗਿਆ ਇੱਥੋਂ ਤੱਕ ਆ ਗਿਆ, ਲੈ ਇਹਦਾ ਕੀ ਹੈ, ਕੋਈ ਖਾਂਦਾ ਖਾਵੇ, ਤੁਸੀਂ ਕਿੱਦਾਂ ਰੋਕ ਸਕਦੇ ਆ, ਮੈਂ ਤੇ ਆਪ ਗਊ ਦਾ ਮਾਸ ਖਾਂਦਾ। ਇੱਥੋਂ ਤੱਕ ਖੁੱਲ੍ਹ ਕੇ ਕਹਿ ਜਾਣਾ, ਇਹ 'ਚ ਦੀ ਇਕੱਲੀ ਦਲੇਰੀ ਵੀ ਝਲਕਦੀ ਹੈ, ਪਰ ਦੂਜੀ ਗੱਲ ਵੀ ਝਲਕਦੀ ਹੈ ਕਿ ਗੱਲ ਕਿਸੇ ਢੰਗ ਨਾਲ, ਸਾਊ ਤਰੀਕੇ ਨਾਲ ਵੀ ਕਹੀ ਜਾ ਸਕਦੀ ਹੈ। ਕਿਉਂਕਿ ਭਾਰਤ ਦਾ ਲੋਕਤੰਤਰ ਆਮ ਲੋਕਾਂ ਦੀ ਚਿੰਤਾ ਕਰਨ ਦੇ ਬਜਾਏ ਜੀ ਜੋਕਾਂ ਦੀ ਚਿੰਤਾ ਕਰਦਾ। ਅਗਲੀ ਗੱਲ ਹੋਰ ਕਹਿਤੀ, ਇਹ ਜਿੰਨੇ ਲੀਡਰ ਨੇ ਠੱਗ ਨੇ, ਚੋਰ ਨੇ, ਇਹ ਗੋਲੀ ਮਾਰ ਦੇਣੀ ਚਾਹੀਦੀ ਹੈ। ਵੀ ਜੇ ਇੱਥੋਂ ਤੱਕ ਵਾਖੂਗਾ ਤੇ ਤਾਂ ਲੋਕਾਂ ਬਰਦਾਸ਼ਤ ਨਹੀਂ ਕਰਨਾ। ਜੀ। ਇੱਥੇ ਜਾ ਕੇ ਗੱਲ ਵਿਗੜਦੀ ਹੈ, ਜ਼ਰੂਰਤ ਤੋਂ ਜ਼ਿਆਦਾ ਕਹਿ ਕੇ। ਹਾਂਜੀ। ਅਗਲਾ ਸਵਾਲ ਜਿਹੜਾ ਮੇਰਾ ਅਖੀਰਲਾ ਸਵਾਲ ਅੱਜ ਦਾ, ਉਹ ਆ ਜੀ ਪਾਕਿਸਤਾਨ ਤੋਂ। ਮੈਂ ਸੁਣਿਆ ਕਿ ਪਾਕਿਸਤਾਨ ਦੀਆਂ ਔਰਤਾਂ ਨੇ ਇੱਕ ਮੁਹਿੰਮ ਜਾਰੀ ਕੀਤੀ ਹੈ ਜਿਹਦੇ 'ਚ ਉਹ ਕਹਿੰਦੀਆਂ ਨੇ ਵੀ ਸਾਰਾ ਘਰ ਦਾ ਚੁੱਲ੍ਹਾ ਚੌਂਕਾ ਅਸੀਂ ਕਿਉਂ ਸਾਂਭੀਏ, ਮਰਦ ਦੇ ਕੰਮ ਕਿਉਂ ਨਹੀਂ ਕਰ ਸਕਦੇ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਜੀ? ਦੇਖੋ, ਔਰਤਾਂ ਨੂੰ ਕਿਤੇ ਨਾ ਕਿਤੇ ਤਾਂ ਹੱਕ ਮਿਲਣਾ ਚਾਹੀਦਾ। ਔਰਤਾਂ ਨੂੰ ਅਸੀਂ ਚੁੱਲ੍ਹੇ ਚੌਂਕੇ ਤੱਕ ਸੀਮਤ ਕਿਉਂ ਰੱਖਦੇ ਹਾਂ? ਜੀ। ਹਿੰਦੂ ਧਰਮ ਦੇ ਵਿੱਚ ਜਿੰਨੀਆਂ ਪੁਰਾਣੀਆਂ ਤਸਵੀਰਾਂ ਨੇ ਵੇਖ ਲਓ, ਸ਼ੇਰ ਦੀ ਸਵਾਰੀ ਦੇਵੀਆਂ ਨੇ ਕੀਤੀ, ਕੋਈ ਦੇਵਤਾ ਤੇ ਸ਼ੇਰ ਦੇ ਉੱਤੇ ਨਹੀਂ ਹੈ। ਹਿੰਦੂ ਧਰਮ ਦੇ ਵਿੱਚ ਅਰਧਨਾਰੀਸ਼ਵਰ ਦਾ ਕਨਸੈਪਟ ਹੈ, ਜਿਹਦੇ ਵਿੱਚ ਈਸ਼ਵਰ ਦੀ ਇਹੋ ਜਿਹੀ ਤਸਵੀਰ ਬਣਾਈ ਗਈ ਹੈ ਜਿਹੜੀ ਅੱਧਾ ਮਰਦਾਨਾ ਤੇ ਅੱਧਾ ਜਨਾਨਾ। ਜੀ। ਇਸੇ ਤਰ੍ਹਾਂ ਬਾਕੀ ਧਰਮਾਂ 'ਚ। ਇਸਲਾਮ ਦੇ ਵਿੱਚ ਮੈਨੂੰ ਨਹੀਂ ਪਤਾ ਉਹਦੇ ਵਿੱਚ ਕੀ ਪ੍ਰਸਿੱਧ ਇਹਦੇ 'ਚ ਇਹਨਾਂ ਦਾ ਸੰਕਲਪ ਹੋਵੇ, ਪਰ ਇਸ ਵਾਰੀ 8 ਮਾਰਚ ਨੂੰ ਮਹਿਲਾ ਦਿਵਸ ਜਦੋਂ ਆਇਆ, ਉੱਥੋਂ ਦੀਆਂ ਪੜ੍ਹੀਆਂ ਲਿਖੀਆਂ ਔਰਤਾਂ ਨੇ ਵੱਖ-ਵੱਖ ਸ਼ਹਿਰਾਂ 'ਚ ਮੁਜ਼ਾਹਰੇ ਕੀਤੇ, ਮੀਟਿੰਗਾਂ ਕੀਤੀਆਂ, ਤੇ ਉਹਨਾਂ ਨੇ ਆਖਿਆ ਕਿ ਸਿਰਫ ਸਾਡਾ ਹੀ ਕੰਮ ਕਿਉਂ ਰਹਿ ਗਿਆ ਕਿ ਅਸੀਂ ਚੁੱਲ੍ਹੇ 'ਚ ਫੂਕਾ ਮਾਰੀਏ। ਜੇ ਅਸੀਂ ਰੋਟੀਆਂ ਵੇਲਣੀਆਂ ਨੇ, ਚਲੋ ਤੁਸੀਂ ਅੱਗ ਬਾਲੋ, ਲਾਗੇ ਬੈਠੋ, ਤੁਸੀਂ ਵੀ ਕੁਝ ਕਰੋ। ਜੀ। ਇਹ ਤਾਂ ਨਹੀਂ ਕਿ ਸਾਰਾ ਕੰਮ ਸਾਡੇ 'ਚ ਮੈਂ ਪਏ। ਉਹਨਾਂ ਨੇ ਜਦੋਂ ਇਹ ਮੰਗ ਚੁੱਕੀ ਤੇ ਉੱਥੇ ਤੇ ਮਰਦਾਨਾ ਸਮਾਜ ਹੈ। ਜਨਰਲ ਮੁਸ਼ਰਫ ਜਦੋਂ ਫੌਜੀ ਰਾਸ਼ਟਰਪਤੀ ਹੁੰਦਾ ਸੀ ਪਾਕਿਸਤਾਨ 'ਚ, ਉਹਨੇ ਉੱਥੇ ਸੋਧ ਕਰ ਦਿੱਤੀ ਸੀ ਕਿ ਜੇ 2 ਔਰਤਾਂ ਜਿੰਨੀਆਂ ਮਰਜ਼ੀ ਨੇਕ ਪਾਕ ਹੋਣ, ਸਾਊ ਹੋਣ, ਉਹ ਗਵਾਹੀ ਦੇਣ, ਇੱਕ ਬੰਦਾ ਆ ਜਾਵੇ, ਛੱਟਿਆ ਫੂਕਿਆ ਬਦਮਾਸ਼ ਵੀ ਹੋਵੇ, ਉਹ ਇਕੱਲਾ ਬੰਦਾ ਗਵਾਹੀ ਦੇਵੇ, ਬਦਮਾਸ਼ ਬੰਦਾ ਵੀ ਗਵਾਹੀ ਦੇਵੇ, ਕਿਉਂਕਿ ਉਹ ਬੰਦਾ ਤੇ 2 ਔਰਤਾਂ ਦੀ ਗਵਾਹੀ ਕੱਟੀ ਜਾਂਦੀ ਸੀ। 2 ਔਰਤਾਂ ਭਾਵੇਂ ਨੇਕ ਵੀ ਹੋਣ। ਜਿਹੜਾ ਸਮਾਜ ਉੱਥੇ ਆ, ਉਸ ਸਮਾਜ 'ਚ ਇਹ ਗੱਲ ਬਰਦਾਸ਼ਤ ਹੀ ਨਹੀਂ ਕੀਤੀ ਗਈ ਕਿ ਔਰਤਾਂ ਕਹਿੰਦੀਆਂ ਕਿ ਅਸੀਂ ਰੋਟੀਆਂ ਇਕੱਲੀਆਂ ਕਿਉਂ ਪਕਾਈਏ, ਤੁਸੀਂ ਵੀ ਮਰਦ ਵੀ ਇਸ ਕੰਮ 'ਚ ਆਓ। ਇਹ 'ਚ ਕੀ ਹਰਜ ਹੈ? ਪੱਛਮੀ ਦੇਸ਼ਾਂ 'ਚ
ਘਰਾਂ ਦੇ ਵਿੱਚ ਜਿਹੜੇ ਸਾਡੇ ਇੰਡੀਆ ਤੋਂ ਪਾਕਿਸਤਾਨ ਤੋਂ ਗਏ ਲੋਕ ਆ, ਉਹਨਾਂ ਵਿੱਚ ਜਿਹੜੇ ਸਾਊ ਨੇ ਉਹ ਵੀ ਆਪਣੀਆਂ ਪਤਨੀਆਂ ਨਾਲ ਕੰਮ ਕਰਾਉਂਦੇ, ਇਹ ਕੋਈ ਗੱਲ ਨਹੀਂ। ਜੀ ਪਾਕਿਸਤਾਨ ਦੇ ਲੋਕਾਂ ਦੇ ਵਿੱਚੋਂ ਮਰਦਾਨਗੀ ਝਲਕ ਕੇ ਜਿਹੜਾ ਔਰਤਾਂ ਦਾ ਵਿਰੋਧ ਕੀਤਾ ਗਿਆ ਉਹ ਗਲਤ ਹੈ। ਸਾਨੂੰ ਇਹ ਸਮਝਣਾ ਚਾਹੀਦਾ ਕਿ ਔਰਤ ਮਰਦ ਬਰਾਬਰੀ ਦਾ ਯੁੱਗ ਹੈ। ਔਰਤਾਂ ਅੱਜ ਚੰਦ ਤੱਕ ਪਹੁੰਚ ਗਈਆਂ ਨੇ। ਜੇ ਕੋਈ ਵਿਰੋਧ ਕਰਦਾ, ਪਾਕਿਸਤਾਨ 'ਚ ਕਰਦਾ, ਭਾਰਤ ਵਿੱਚ ਕਰਦਾ, ਕਿਤੇ ਵੀ ਕਰਦਾ, ਉਹ ਗਲਤ ਆ। ਵੇਲਾ ਵਿਆਹ ਚੁੱਕੀਆਂ ਸੋਚਾਂ ਨੇ ਨਹੀਂ ਉਹ ਕਰਦਾ। ਜੀ ਬਿਲਕੁਲ। ਸੋ ਅੱਜ ਦਾ ਸਮਾਂ ਆਪਾਂ ਨੂੰ ਇਜਾਜ਼ਤ ਨਹੀਂ ਦਿੰਦਾ, ਆਪਾਂ ਇਸ ਤੋਂ ਅੱਗੇ ਖਬਰਾਂ ਦਾ ਹੋਰ ਸਿਲਸਿਲਾ ਜਾਰੀ ਰੱਖੀਏ, ਪਰ ਦੁਬਾਰਾ ਮਿਲਾਂਗੇ। ਅੱਜ ਦੇ ਸਮੇਂ ਲਈ ਬਹੁਤ ਬਹੁਤ ਸ਼ੁਕਰੀਆ ਪੰਨੂ ਸਾਹਿਬ। ਬਹੁਤ ਬਹੁਤ ਸ਼ੁਕਰੀਆ ਜੀ ਪ੍ਰਾਈਮ ਏਸ਼ੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ। ਅੱਜ ਦਾ ਸਮਾਂ ਸਾਨੂੰ ਇੱਥੋਂ ਤੱਕ ਹੀ ਇਜਾਜ਼ਤ ਦਿੰਦਾ ਹੈ। ਤਦ ਤੱਕ ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਚੈਨਲ, ਤੁਹਾਡਾ ਆਪਣਾ, ਤੁਹਾਡੇ ਲਈ। ਸ਼ੁਕਰੀਆ ਜੀ।